ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। राम कली की वार राय बलवंड तथा सत्य डूम आखी। नाउ करता कादर करे क्यों बोल होवे जो खीमदै। दे गुणा सत भैन भराव हैं पारंगत दान पड़ीमदै। नानक राज चलाया सच कोट सतानी नीमदै। लहणे तरिओन छत सिर कर सिफती अमृत पीवदै। मत गुर आत्म देव दी खड़ग जोर प्राप होए जी दै। गुर चेले रह रास की नानक सलामत थीमदै। शह टिक्का दितोस जीवदै। गुर चेले रह रास की नानक सलामत थीमदै। शह टिक्का दितोस जीवदै। जुगो जुग अटल चवर छत्र तखत दे मालक हाजरा हजूर सर्व कला भरपूर। सर्वे कायनात दे प्रतिपालक गुरता गद्दी ते सुभाएमान। धन धन साहिब सतगुरु गुरु ग्रंथ साहिब महाराज जीओ की पावन पवित्र हजूरी अंदर सजे हुए विशेष दीवान दियां हाजरियां भरन वास्ते पहुंचे हाँ। मालिक जी की अपार मेहर किरपा सदका अज असी धन साहिब सतगुरु गुरु ग्रंथ साहिब महाराज जी की पवित्र बाणी दे अमोलक खजाने विचों रामकली राग विच सतगुरु दे मेहर भरे प्यार भरे बचन, जिन्हां बचनां दी कमाई करन वाले गुरु के सिख भाई बलवंड जी ते भाई सत्ता जी, तिन्हां दे द्वारा कही हुई गुरु साहिब जी दी उस्तत दे अंदर जिहड़ी वार है, इस वार दी विचार आरंभ करन जा रहे हाँ। तो विचार आरंभ करन तो पहला फतेह नाल सांझ पा लईए। प्यार अदब सत्कार सहित आखो जी वाहिगुरू जी का खालसा वाहिगुरू जी की फतेह। जिस पावन पवित्र बाणी दी विचार ये पाठ बोध समागम असी आरंभ करन जा रहे हाँ। श्री गुरु ग्रंथ साहिब महाराज जी दे पावन पवित्र अंग 966 तो लैकर के 968 अंग तक ये बाणी है। ये बाणी रामकली राग विच उचारण की गई है। इस बाणी नूं गुरु घर दे अनिन सिख गुरु घर दे कीर्तनीए भाई बलवंड राय ते भाई सत्ते द्वारा इस बाणी नूं उचारण किया गया है। इस बाणी का खास नाम है वार। ते चेता रखना गुरु ग्रंथ साहिब महाराज जी के अंदर कुल 22 वारां हन। 22 वारां दे विचों
20 ਵਾਰਾਂ ਐਸੀਆਂ ਹਨ ਜਿਨ੍ਹਾਂ ਦੇ ਨਾਲ ਵੱਖ-ਵੱਖ ਗੁਰੂ ਸਾਹਿਬਾਨ ਦੇ ਸ਼ਲੋਕ ਵੀ ਪੌੜੀਆਂ ਦੇ ਨਾਲ ਦਰਜ ਕੀਤੇ ਗਏ ਨੇ। ਉਂਝ ਜਦੋਂ ਵਾਰ ਦੀ ਪੁਰਾਤਨਤਾ ਵੇਖਦੇ ਹਾਂ ਤੇ ਵਾਰ ਕੇਵਲ ਤੇ ਕੇਵਲ ਪੌੜੀਆਂ ਦਾ ਰੂਪ ਹੁੰਦੀ ਹੈ। ਵਾਰ ਪੰਜਾਬੀ ਕਾਵਿ ਦਾ ਇੱਕ ਬੜਾ ਖਾਸ ਨਮੂਨਾ ਹੈ। ਬਹੁਤ ਸਾਰੇ ਗਵਈਏ ਜੰਗਾਂ ਯੁੱਧਾਂ ਦੇ ਪ੍ਰਸੰਗ, ਕਿਸੇ ਖਾਸ ਘਟਨਾ ਆਦਿਕ ਦੇ ਪ੍ਰਸੰਗ ਆਦਿਕ ਨੂੰ ਜਦੋਂ ਗਾਉਂਦੇ ਸਨ, ਉਹ ਵਾਰ ਦੇ ਰੂਪ ਵਿੱਚ ਗਾਉਂਦੇ ਸਨ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿਸ ਵਕਤ ਸੰਪਾਦਨਾ ਕੀਤੀ ਹੈ ਆਦਿ ਗ੍ਰੰਥ ਦੀ, ਤੇ ਉਸ ਵੇਲੇ ਪੌੜੀਆਂ ਦੇ ਨਾਲ ਮਿਲਦੇ ਜੁਲਦੇ ਭਾਵਾਂ ਦੇ ਸ਼ਲੋਕਾਂ ਨੂੰ ਵੀ ਦਰਜ ਕੀਤਾ ਹੈ। ਪਰ 2 ਵਾਰਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਐਸੀਆਂ ਹਨ ਜਿਨ੍ਹਾਂ ਦੇ ਨਾਲ ਕੋਈ ਸ਼ਲੋਕ ਦਰਜ ਨਹੀਂ ਹੈ। ਜਿਨ੍ਹਾਂ ਦੇ ਵਿੱਚੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਇੱਕ ਵਾਰ ਹੈ, ਬਸੰਤ ਕੀ ਵਾਰ ਮਹਲ ਪੰਜਵਾਂ, ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ, ਕਰਮ ਲਿਖਨ ਤੈ ਪਾਈਐ ਇਹ ਰੁੱਤ ਸੁਹਾਈ। ਇੱਥੋਂ ਸ਼ੁਰੂਆਤ ਹੁੰਦੀ ਹੈ ਤੇ 3 ਪੌੜੀਆਂ ਦੀ, ਸਿਰਫ 3 ਪੌੜੀਆਂ ਦੀ ਉਹ ਵਾਰ ਹੈ। ਤੇ ਇਹ ਵਾਰ ਜਿਹੜੀ ਭਾਈ ਸੱਤਾ ਤੇ ਭਾਈ ਬਲਵੰਡ ਜੀ ਦੁਆਰਾ ਉਚਾਰਨ ਕੀਤੀ ਗਈ ਹੈ, ਇਹਦੀਆਂ ਕੁੱਲ 8 ਪੌੜੀਆਂ ਹਨ ਤੇ ਇਹਦੇ ਨਾਲ ਵੀ ਕੋਈ ਸ਼ਲੋਕ ਦਰਜ ਨਹੀਂ ਹੈ। ਇਸ ਪਾਵਨ ਵਾਰ ਦੀ ਪਹਿਲੀ ਪੌੜੀ ਦੀ ਵਿਚਾਰ ਅੱਜ ਅਸੀਂ ਸਾਂਝੀ ਕਰਨ ਜਾ ਰਹੇ ਹਾਂ। ਸ਼ੁਰੂਆਤ ਕਰੀਏ ਤੇ ਸਭ ਤੋਂ ਪਹਿਲਾਂ ਸਿਰਲੇਖ ਹੈ, ਇੱਕ ਓੰਕਾਰ ਸਤ ਗੁਰ ਪ੍ਰਸਾਦ। ਸੰਖੇਪ ਰੂਪ ਵਿੱਚ ਮੂਲ ਮੰਤਰ ਦਾ ਪਾਠ। ਜੈਸਾ ਕਿ ਹਰ ਇੱਕ ਬਾਣੀ ਦੇ ਆਗਾਜ਼ ਤੇ ਆਰੰਭ ਤੇ ਹੁੰਦਾ ਹੈ, ਉਵੇਂ ਹੀ ਇੱਥੇ ਇਹਨੂੰ ਦਰਜ ਕੀਤਾ ਗਿਆ ਹੈ। ਅਕਾਲ ਪੁਰਖ ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ। ਸਤ ਜਿਹੜਾ ਸਦੀਵ ਵਾਸਤੇ ਰਹਿਣ ਵਾਲਾ, ਸਦੀਵੀ ਕਾਇਮ ਰਹਿਣ ਵਾਲਾ ਹੈ। ਗੁਰ ਪ੍ਰਸਾਦ ਤੇ ਜਿਹੜਾ ਗੁਰੂ ਦੀ ਕਿਰਪਾ ਸਦਕਾ ਮਿਲਦਾ ਹੈ। ਫਿਰ ਇਹਦਾ ਸਿਰਲੇਖ ਹੈ, ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਚੇਤਾ ਰੱਖਣਾ, ਜਿਵੇਂ ਅਸੀਂ ਬਾਣੀ ਦੀਆਂ ਪੰਕਤੀਆਂ ਪੜ੍ਹਨ ਵੇਲੇ ਵਿਸ਼ਰਾਮਾਂ ਦਾ ਧਿਆਨ ਰੱਖਦੇ ਹਾਂ, ਉਵੇਂ ਬਾਣੀ ਦਾ ਜਿਹੜਾ ਸਿਰਲੇਖ ਹੁੰਦਾ ਹੈ ਤੇ ਉਹਦੇ ਵਿੱਚ ਵੀ ਛੋਟੇ ਵਿਸ਼ਰਾਮ ਜਿਹੜੇ ਨੇ ਉਹ ਲਗਾ ਕਰਕੇ ਪੜ੍ਹਿਆ ਕਰੀਏ, ਤਾਂ ਕਿ ਸਾਨੂੰ ਵੀ ਤੇ ਸੁਣਨ ਵਾਲੇ ਨੂੰ ਉਹਦੀ ਚੰਗੀ ਸਮਝ ਲੱਗ ਸਕੇ। ਰਾਮ ਕਲੀ ਕੀ ਵਾਰ, ਇੱਥੇ ਰੁਕ ਕਰਕੇ ਰਾਮ ਕਲੀ ਰਾਗ ਵਿੱਚ ਉਚਾਰਨ ਕੀਤੀ ਹੋਈ ਇਹ ਵਾਰ ਹੈ। ਰਾਏ ਬਲਵੰਡ, ਉਹਦਾ ਪੂਰਾ ਨਾਮ ਜਿਹੜਾ ਬਲਵੰਡ ਰਾਏ ਹੈ। ਆਪ ਬਾਣੀ ਪੜ੍ਹਨ ਵਾਲੇ ਬੈਠੇ ਹੋ, ਬਲਵੰਡ ਦੇ ਡੱਡੇ ਨੂੰ ਇੱਥੇ ਸਿਹਾਰੀ ਲੱਗੀ ਹੋਈ ਹੈ। ਗੁਰਬਾਣੀ ਦਾ ਨੇਮ, ਗੁਰਬਾਣੀ ਵਿਆਕਰਨ ਦਾ ਨੇਮ ਇਸ ਸਿਹਾਰੀ ਦੇ ਅਰਥ ਕਰਦਾ ਹੈ ਬਲਵੰਡ ਨੇ। ਤਥਾ, ਤਥਾ ਦਾ ਅਰਥ ਹੈ ਅਤੇ। ਫਿਰ ਅੱਗੇ ਹੈ ਸਤੈ ਡੂਮ ਆਖੀ। ਸਤੈ, ਇਹ ਵੀ ਯਾਦ ਰੱਖਣਾ, ਬਹੁਤ ਸਾਰੇ ਗੁਰਬਾਣੀ ਦੇ ਅੰਦਰ ਨਾਮ ਐਸੇ ਹਨ ਜਿਨ੍ਹਾਂ ਨਾਵਾਂ ਨੂੰ ਜਦੋਂ ਦੁਲਾਵਾਂ ਲੱਗ ਜਾਂਦੀਆਂ ਨੇ ਤੇ ਉਹਨਾਂ ਦੇ ਗੁਰਬਾਣੀ ਵਿਆਕਰਨ ਅਨੁਸਾਰ ਜਿਹੜੇ ਅਰਥ ਨੇ ਉਹ ਵੀ ਨੇ ਸੰਬੰਧਕੀ ਹੁੰਦੇ ਨੇ। ਸਤੈ, ਸੱਤੇ ਨੇ। ਡੂਮ, ਡੂਮ ਅੱਖਰ ਜਿਹੜਾ ਹੈ ਇਹਨੂੰ ਧਿਆਨ ਦੇ ਕਰਕੇ ਸਮਝ ਲੈਣਾ। ਚੇਤਾ ਰੱਖਣਾ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਅਤੇ ਬਹੁਤ ਕੁਝ ਥਾਵਾਂ ਤੇ ਅੱਜ ਵੀ ਡੂਮ ਅੱਖਰ, ਜਿਹਦਾ ਇੱਕ ਦੂਜਾ ਨਾਮ ਮਿਰਾਸੀ ਲਿਆ ਜਾਂਦਾ ਹੈ, ਤੇ ਇਸ ਨੂੰ ਇੱਕ ਨੀਵੀਂ ਜਾਤ ਵਜੋਂ ਪ੍ਰਚਲਿਤ ਕੀਤਾ ਗਿਆ ਸੀ। ਮਾੜਾ ਆਖਿਆ ਜਾਂਦਾ ਸੀ, ਦੁਰਕਾਰਿਆ ਹੀ ਜਾਂਦਾ ਸੀ, ਬਹੁਤਾ ਕੋਈ ਇੱਜ਼ਤ ਮਾਣ ਸਤਿਕਾਰ ਨਹੀਂ ਸੀ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਸ ਸੱਚ ਦੀ ਨੀਂਵ ਰੱਖੀ ਹੈ, ਜਿਸ ਧਰਮ ਦੀ ਨੀਂਵ ਰੱਖੀ, ਜਿਹੜਾ ਸੱਚ ਦਾ ਹੋਕਾ ਦਿੱਤਾ ਹੈ,
उस होके दे अंदर सतगुरु गुरु नानक साहब महाराज ने खलकत कायनात अंदर समाज विच ये जिहड़ा जातां पातां आदਿਕ दे नां दे वितकरे सन इन्हां नूं खत्म कीता है ते जिहदे विच उन्हां ने सब तो वड्डा कदम ते दुनिया ते मिसाल पैदा कीती कि जगदों जगत जलंदे संसार नूं तारन वास्ते तुरे ने ते अपना साथी किस नूं बनाया भाई मरदाना जिन्हों लोग डूम पे आखते सन मिरासी आखते सन ਉਹਨੂੰ ਆਪਣੇ ਨਾਲ ਲੈ ਕਰਕੇ ਤੇ ਜਿਵੇਂ ਗੁਰੂ ਨਾਨਕ ਸਾਹਿਬ ਦਾ ਸਤਕਾਰ ਹੈ ਯਾਦ ਰੱਖਣਾ ਉਵੇਂ ਤੇ ਓਨਾ ਹੀ ਭਾਈ ਮਰਦਾਨੀ ਦਾ ਸਤਕਾਰ ਹੋ ਗਿਆ। ਇੱਥੇ ਭਾਈ ਗੁਰਦਾਸ ਜੀ ਨੇ ਵੀ ਆਪਣੀ ਵਾਰਾਂ ਦੇ ਵਿੱਚ ਭਾਈ ਮਰਦਾਨੇ ਦੀ ਜਿਹੜੀ ਹੈ ਉਹ ਗੱਲ ਸਾਂਝੀ ਕਰਦਿਆਂ ਗੁਰੂ ਨਾਨਕ ਦੇ ਸਿੱਖਾਂ ਦੀ ਗੁਰੂ ਨਾਨਕ ਦੇ ਚਰਨਾਂ ਵਿੱਚ ਪ੍ਰਵਾਨ ਹੋਣ ਵਾਲਿਆਂ ਦੀ ਗੱਲ ਕਰਦਿਆਂ ਭਾਈ ਗੁਰਦਾਸ ਜੀ ਨੇ ਭਾਈ ਮਰਦਾਨੇ ਦਾ ਜਿਹੜਾ ਜ਼ਿਕਰ ਕੀਤਾ ਤੇ ਉਹਨਾਂ ਆਖਿਆ ਭਲਾ ਰਬਾਬ ਵਜਾਏਂਦਾ ਮਜਲਸ ਮਰਦਾਨਾ ਮਿਰਾਸੀ। ਉਹਨਾਂ ਆਖਿਆ ਵੀ ਬੜੀ ਸੋਹਣੀ ਰਬਾਬ ਵਜਾਉਂਦਾ ਗੁਰੂ ਨਾਨਕ ਸਾਹਿਬ ਦੇ ਨਾਲ ਕੀਰਤਨ ਪਿਆ ਗਾਉਂਦਾ ਹੈ ਤੇ ਉਹ ਸੱਚਮੁੱਚ ਹੀ ਭਲੇ ਜੀਵਨ ਵਾਲਾ ਜਿਹਦੇ ਉੱਤੇ ਗੁਰੂ ਨਾਨਕ ਨੇ ਮਿਹਰ ਕਰ ਦਿੱਤੀ ਹੈ। ਡੂਮ ਅੱਖਰ ਦੇ ਅਸੀਂ ਅਰਥ ਵੀ ਸਾਂਝੇ ਕਰ ਲਏ ਨੇ। ਅੱਗੇ ਇੱਕ ਅੱਖਰ ਹੈ ਆਖੀ। आखी का अर्थ है उचारण की सुनाई। याद रखना गुरु ग्रंथ साहिब महाराज अंदर केवल 3 गुरसिखां की बाणी है। कुल 35 महापुरख ने जिन्हां विचों 3 गुरसिख ने जिन्हां विचों 2 भाई सत्ता ते भाई बलवंड जी नाम ने ते तीजा नाम है बाबा सुंदर जी। बाबा सुंदर जी की जिहड़ी बाणी है वो असल दे अंदर गुरु अमरदास पातशाह जी ने ही उचारण की है। ਉਹਨੇ ਸੁਣ ਕਰਕੇ ਤੇ ਉਹਨੂੰ ਕਲਮਬੱਧ ਜ਼ਰੂਰ ਕੀਤਾ ਪਰ ਉਹ ਸਾਰੇ ਬੋਲ ਉਹ ਸਾਰੇ ਬਚਨ ਗੁਰ ਅਮਰਦਾਸ ਪਾਤਸ਼ਾਹ ਜੀ ਦੇ ਨੇ ਜਿਹਦੀ ਗਵਾਹੀ ਆਪਣੀ ਉਸੇ ਬਾਣੀ ਵਿੱਚ ਉਹ ਭਰਦੇ ਨੇ ਕਿ ਸਤਿਗੁਰ ਪੁਰਖ ਜੇ ਬੋਲਿਆ। ਮੈਂ ਕੀ ਸੁਣਾ ਰਿਹਾ ਕੀ ਦੱਸ ਰਿਹਾ ਜਿਹੜਾ ਵਿਚਾਰ ਜਿਹੜੀ ਗੱਲ ਸਤਿਗੁਰੂ ਪੁਰਖ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦੱਸੀ ਹੈ ਸਿੱਖ ਸੰਗਤਾਂ ਨੂੰ ਸੁਣਾਈ ਹੈ ਉਹ ਗੱਲ ਆਖ ਰਿਹਾ ਹਾਂ। ਤੇ ਇੱਥੇ ਆਖੀ ਦਾ ਅਰਥ ਵੀ ਉਹੀ ਹੈ ਵੀ ਉਚਾਰਨ ਕੀਤੀ ਗਈ ਸੁਣਾਈ ਗਈ। ਇਹ ਇਸ ਵਾਰ ਦੀ ਆਰੰਭ ਦਾ ਸਿਰਲੇਖ ਅਸੀਂ ਸਾਂਝਾ ਕੀਤਾ। ਪੌੜੀ ਦੀ ਪਹਿਲੀ ਪੰਕਤੀ ਹੈ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮਦੈ। ਇਹ ਪਹਿਲੀ ਪੰਕਤੀ ਬੜੀ ਕਮਾਲ ਦੀ ਹੈ ਜਿਹਦੇ ਅੰਦਰ इस गल नूं दर्शाया गया भी अकाल पुरख परमात्मा जिस दे नामने नूं वड्डा कर दिंदा है जिस दी उच्ची वडियाई कर दिंदा है जिस दी महिमा वधा दिंदा है। दुनिया संसार आदिक दा कोई व्यक्ति उस दी उस्तत दे बराबर दे बोल नहीं बोल सकदा। उहनूं तोलिया नहीं जा सकदा जोखिया नहीं जा सकदा परखिया नहीं जा सकदा। एक गल मैं होर पहलां सांझी कर दियां। इस वार दियां कुल जिहड़ियां 8 पौड़ियां हन ते जिहदे विचों ये पहलियां 3 पौड़ियां जिन्हों विद्वान जदों इस दी विचार करते हैं दी घोख पड़ताल करते हैं तो ये पहलियां 3 पौड़ियां जिहड़ियां ने वो भाई राय बलवंड गुरु के सिख दियां उचारण कीतियां ते बाकी 5 पौड़ियां दूजे गुरु घर दे कीर्तनीय भाई सत्ता जी द्वारा उचारण कीतियां ने। इस पहली पंक्ति विच बड़ी कमाल दी विचार उन्होंने सांझी की। कहन लगे नाउ नाउ दा अर्थ है नामना इज्जत सत्कार मान। करता कादर करे संसार दा करता संसार नूं पैदा करन वाला कादर जिहड़ा है ते इहदे अनवे होणगे नाउ करे जिस दा नाम उच्चा कर देवे करता आप उच्चा कर देवे। कहन लगे क्यों बोल होवे जो कीमदै ते आखदे ने भी मेरी किड्डी कुए पाया हो सकती है भी उस दे बराबरी दा कोई मैं बोल भी आख सकां। जो खींदे दर्थ है जोखना तोलना ओदी बराबरी दा ओदे तोल दा मैं एक भी बोल आख सकां ऐसी मेरी कोई समर्था नहीं है। एक गल ख्याल करना कोई व्यक्ति संसार ते अपनी मर्जी नाल जां अपनी चलाकी नाल अपनी सियाणप दे नाल भावें किन्ना भी उच्चा ते वड्डा नाम बना लवे किन्ना भी वड्डा उच्चा अहुदा चापलूसियां करके भी भावें पैदा कर लवे पर कहन लगे भी वो व्यक्ति जिहड़ा मालिक दे घर विच परिवार नहीं हो सकता। अपनी मर्जी करन वाला परिवार नहीं हो सकता। जे इहनूं वेखना होवे
ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਤਿਨਾਂ ਦੀ ਪਵਿੱਤਰ ਬਾਣੀ ਜਪਜੀ ਸਾਹਿਬ ਜਦੋਂ ਅਸੀਂ ਪੜ੍ਹਦੇ ਹਾਂ ਤੇ 7ਵੀਂ ਪੌੜੀ ਹੈ। ਗੁਰੂ ਸਾਹਿਬ ਆਖਦੇ ਨੇ, ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ। ਭਾਵੇਂ ਕੋਈ ਵਿਅਕਤੀ 4 ਯੁਗਾਂ ਜਿੰਨੀ ਲੰਬੀ ਆਯੂ ਕਰ ਲਵੇ, 10 ਗੁਣਾ ਹੋਰ ਵਧਾ ਲਵੇ, 40 ਯੁਗਾਂ ਜਿੰਨੀ ਕਰ ਲਵੇ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ। ਇੰਨੀ ਵੀ ਉਹ ਆਪਣੇ ਜੀਵਨ ਵਿੱਚ ਵਡਿਆਈ ਪੈਦਾ ਕਰ ਲਵੇ, ਜਗਤ ਦੀ ਕੀਰਤੀ ਲੈ ਲਵੇ, ਚੰਗਾ ਨਾਮ ਰਖਾ ਲਵੇ, ਲੋਕ ਉਸ ਦੇ ਕਹਿਣ ਤੇ ਤੁਰ ਪੈਣ, ਉਹ ਮਗਰ ਲਗਾ ਸਕੇ। ਪਰ ਕਹਿਣ ਲੱਗੇ ਵੀ ਅਸਲ ਦੇ ਅੰਦਰ ਇਹ ਉਹਦੀ ਆਪਣੀ ਸਮਰੱਥਾ ਹੋ ਸਕਦੀ ਹੈ, ਇਹ ਉਹ ਆਪਣੀ ਮਰਜ਼ੀ ਅਨੁਸਾਰ ਤੇ ਇਹਨਾਂ ਨਾਮਣਾ ਉਹਨੇ ਰੱਖ ਲਿਆ। ਪਰ ਇਹ ਗੱਲ ਚੇਤਾ ਰੱਖੇ ਵੀ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਜੇ ਮਾਲਕ ਦੀ ਮਿਹਰ ਦੀ ਨਿਗਾਹ ਹੇਠ ਉਹ ਨਹੀਂ ਆਇਆ ਤੇ ਉਹਦੀ ਕੋਈ ਬਾਤ ਪੁੱਛਣ ਵਾਲਾ ਨਹੀਂ। ਇਹ ਉਹਦੀ ਆਪਣੀ ਮਰਜ਼ੀ ਦਾ ਕੀਤਾ ਹੋਇਆ ਨਾਮਣਾ ਸੀ। ਹੋ ਸਕਦਾ ਹੈ ਜਿਹੜਾ ਉਸਨੇ ਕੋਈ ਠੱਗੀ ਦੇ ਨਾਲ, ਜਿਹੜਾ ਉਸਨੇ ਕਿਸੇ ਦੇ ਨਾਲ ਮਾੜਾ ਵਿਵਹਾਰ ਕਰਕੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਇਕੱਠਾ ਕੀਤਾ, ਉਹ ਪ੍ਰਵਾਨ ਨਹੀਂ। ਇੱਥੇ ਕੇਵਲ ਤੇ ਕੇਵਲ ਉਹ ਪ੍ਰਵਾਨ ਹੈ ਜਿਹਦੇ ਉੱਤੇ ਮਾਲਕ ਆਪ ਮਿਹਰ ਕਰਦਾ ਹੈ। ਤੇ ਜੇ ਮੈਂ ਉਹਦੀ ਬਾਤ ਸਾਂਝੀ ਕਰਾਂ, ਮਾਲਕ ਜਿਸ ਉੱਤੇ ਤਰਸ ਕਰਦਾ ਹੈ ਉਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਖਦੇ ਨੇ ਜਿਸ ਨੂੰ ਬਖਸ਼ੇ ਸਿਬਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਹਨੂੰ ਮਾਲਕ ਆਪ ਆਪਣੀ ਸਿਫਤ ਸਲਾਹ ਦੇ ਦਿੰਦਾ ਹੈ, ਉਹ ਸੱਚਮੁੱਚ ਹੀ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਬਣ ਜਾਂਦਾ ਹੈ। ਪਾਤਸ਼ਾਹੀ ਪਾਤਸ਼ਾਹ, ਪਾਤਸ਼ਾਹਾਂ ਦਾ ਵੀ ਪਾਤਸ਼ਾਹ ਬਣਦਾ ਹੈ। ਤੇ ਜਿਹਨੂੰ ਫਿਰ ਇੱਥੇ ਭਾਈ ਬਲਵੰਡ ਜੀ ਨੇ ਲਿਖਿਆ ਵੀ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮਦਾ ਹੈ। ਉਹਦੇ ਵਾਸਤੇ ਕੋਈ ਬੋਲ ਤੋਲ ਕੇ ਬੋਲੇ ਨਹੀਂ ਜਾ ਸਕਦਾ ਜਿਹਦੇ ਉੱਤੇ ਮਾਲਕ ਆਪ ਮਿਹਰ ਕਰਦਾ ਹੈ। ਜਿਹਨੂੰ ਫਿਰ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਪਵਿੱਤਰ ਬਾਣੀ ਵਿੱਚ ਆਖਦੇ ਨੇ ਕਿ ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਜਿਹਨੂੰ ਮਾਲਕ ਆਪ ਵੱਡਾ ਬਣਾ ਦਿੰਦਾ ਹੈ, ਉਹ ਹੀ ਉਸ ਮਾਲਕ ਦੀ ਵਡਿਆਈ ਤੇ ਸੰਸਾਰ ਦੇ ਉੱਤੇ ਉਹਦੀ ਵਡਿਆਈ ਵੱਡੀ ਹੁੰਦੀ ਹੈ ਜਿਹਦੇ ਉੱਤੇ ਮਾਲਕ ਦੀ ਮਿਹਰ ਹੋ ਜਾਵੇ। ਫਿਰ ਮੈਂ ਇੱਕ ਹੋਰ ਬਚਨ ਸਾਂਝਾ ਕਰਦੇ ਹਾਂ। ਧੰਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜਿਸ ਵੇਲੇ ਉਹ ਵੀ ਗੁਰੂ ਨਾਨਕ ਦੇ ਘਰ ਦੇ ਅੰਦਰ ਦਰਬਾਰ ਦੇ ਵਿੱਚ ਪ੍ਰਵਾਨ ਹੋਏ ਨੇ ਤੇ ਇੱਥੋਂ ਤੱਕ ਮਿਹਰ ਹੋ ਗਈ ਹੈ ਕਿ ਉਹਨਾਂ ਨੂੰ ਗੁਰਤਾ ਗੱਦੀ ਦੇ ਲਾਇਕ ਸਮਝ ਕੇ ਤੇ ਗੁਰਤਾ ਗੱਦੀ ਤੇ ਬਿਠਾ ਦਿੱਤਾ ਗਿਆ ਹੈ। ਤੇ ਉਹਨਾਂ ਨੇ ਵੀ ਪਹਿਲਾ ਬਚਨ ਗੁਰੂ ਦੀ ਮਾਲਕ ਦੀ ਉਸਤਤ ਵਡਿਆਈ ਵਿੱਚ ਇਹੀ ਆਖਿਆ ਸੀ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਕਮ ਤਾਪੇ। ਆਪਣੀ ਕੋਈ ਸਮਰੱਥਾ ਨਹੀਂ ਸੀ, ਆਪਣੀ ਕੋਈ ਵਡਿਆਈ ਨਹੀਂ ਸੀ। ਇਹ ਤੇ ਗੁਰੂ ਨੇ ਤਰੁੱਠਿਆ, ਗੁਰੂ ਨੇ ਮਿਹਰ ਕੀਤੀ ਹੈ ਤੇ ਮੈਨੂੰ ਇੰਨੇ ਵੱਡੇ ਉੱਚੇ ਅਹੁਦੇ ਤੇ ਬਿਠਾ ਦਿੱਤਾ ਜਿੱਥੇ ਖਲਕਤ ਕਾਇਨਾਤ ਦੇ ਲੋਕ ਅੱਜ ਵੀ ਪਏ ਆਖਦੇ ਨੇ, ਅੱਜ ਵੀ ਜ਼ੁਬਾਨ ਤੇ ਜਦੋਂ ਉਸ ਸਥਾਨ ਤੇ ਪਹੁੰਚਦੇ ਨੇ ਤੇ ਇੱਕੋ ਪੰਕਤੀ ਜ਼ੁਬਾਨ ਤੋਂ ਨਿਕਲਦੀ ਹੈ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਇਹ ਵਡਿਆਈ ਜਿਨ੍ਹਾਂ ਨੂੰ ਮਾਲਕ ਆਪ ਬਖਸ਼ਿਸ਼ ਕਰਦਾ ਹੈ, ਉਹਨਾਂ ਦੀ ਵਡਿਆਈ ਦੇ ਤੋੜ ਦਾ ਕੋਈ ਅੱਖਰ ਹੀ ਨਹੀਂ ਹੈ। ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਕੀਮਦਾ ਹੈ। ਕੋਈ ਬੋਲ ਬੋਲਿਆ ਨਹੀਂ ਜਾ ਸਕਦਾ। ਇੱਥੇ ਮੈਂ ਇੱਕ ਬੇਨਤੀ ਹੋਰ ਸਾਂਝੀ ਕਰਾਂਗਾ। ਇਹ ਤੇ ਗੱਲ ਅਸੀਂ ਕਰ ਲਈ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਉੱਤੇ ਮਿਹਰ ਹੋਈ ਹੈ ਤੇ ਗੁਰੂ ਕੀ ਪਵਿੱਤਰ ਬਾਣੀ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਗੁਰੂ ਕੀ ਪਵਿੱਤਰ ਬਾਣੀ ਵਿੱਚ ਜਿਹੜੇ ਭਗਤਾਂ ਦੀ ਬਾਣੀ ਦਰਜ ਕੀਤੀ ਹੈ, ਉਹਨਾਂ ਭਗਤਾਂ ਦਾ ਵੀ ਜੇਕਰ ਜੀਵਨ ਪੜ੍ਹੀਏ ਤੇ ਗੁਰੂ ਅਰਜਨ ਸਾਹਿਬ ਜੀ ਆਪ ਅਗਵਾਈ ਦਿੰਦੇ ਨੇ ਕਿ ਕਿਤੇ ਭਗਤ ਨਾਮਦੇਵ ਨੂੰ ਦੁਨੀਆ ਦੇ ਉਸ ਵੇਲੇ ਦੇ ਲੋਕ ਅੱਧੀ ਕੌਡੀ ਦਾ ਵੀ ਨਹੀਂ ਸਨ ਆਖਦੇ। ਤੇ ਪਰ ਮਾਲਕ ਦੀ ਏਡੀ ਵੱਡੀ ਮਿਹਰ ਹੋ ਗਈ ਹੈ ਕਿ ਆੜ ਦਾਮ ਕੋ ਛਿਪਰੋ ਹੋਇਓ ਲਾਖੀਨਾ। ਉਹ ਲੱਖਾਂ ਦਾ ਹੋ ਗਿਆ, ਕੀਮਤੀ ਹੋ ਗਿਆ, ਉਹਦਾ ਜੀਵਨ ਪ੍ਰਵਾਨ ਹੋ ਗਿਆ। ਫਿਰ ਗੁਰੂ ਸਾਹਿਬ ਨੇ ਹੋਰ ਨਾਲ ਮਿਹਰ ਕੀਤੀ। ਕਹਿਣ ਲੱਗੇ ਭਗਤ ਰਵਿਦਾਸ ਦੀ ਗੱਲ ਸੁਣ ਲਵੋ। ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ। ਕਹਿਣ ਲੱਗੇ ਰਵਿਦਾਸ ਭਗਤ ਦੀ ਗੱਲ ਕਰ ਲਈਏ ਵੀ ਉਹ
ਮਾਨੋ ਮਰੇ ਹੋਏ ਪਸ਼ੂ ਆਦਿਕ ਢੋਣ ਵਾਲਿਆਂ ਵਿੱਚੋਂ ਆਇਆ ਸੀ, ਪਰ ਮਾਲਕ ਦੀ ਵੱਡੀ ਮਿਹਰ ਹੋ ਗਈ, ਕਿਰਪਾ ਹੋ ਗਈ ਕਿ ਉਹ ਸਤ ਸੰਗਤ ਦੇ ਰਾਹੀਂ ਪ੍ਰਗਟ ਹੋਇਆ ਤੇ ਹਰੀ ਦਾ ਦਰਸ਼ਨ ਪ੍ਰਾਪਤ ਕਰਨ ਯੋਗ ਹੋ ਗਿਆ। ਸਮੇਂ ਦੇ ਲੋਕ ਉਸ ਵੇਲੇ ਦੇ ਜਿਹੜੇ ਪੰਡਿਤ ਆਦਿਕ, ਜਿਹੜੇ ਉਸ ਵੇਲੇ ਜਾਤੀ ਦਾ ਹੰਕਾਰ ਕਰਨ ਵਾਲੇ ਸਨ, ਉਹ ਭਗਤ ਰਵਿਦਾਸ ਨੂੰ ਦਰਕਾਰਦੇ ਰਹੇ ਨੇ, ਪਰ ਮਾਲਕ ਨੇ ਏਡੀ ਵੱਡੀ ਮਿਹਰ ਕਰ ਦਿੱਤੀ, ਜਿਸ ਦਾ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਕੀਮਦਾ ਹੈ। ਤੇ ਉਹਦੇ ਵਿੱਚ ਮਾਲਕ ਨੇ ਮਿਹਰ ਕਰ ਦਿੱਤੀ। ਭਗਤ ਰਵਿਦਾਸ ਜੀ ਆਪ ਗਵਾਹੀ ਦਿੰਦੇ ਨੇ, ਕਹਿਣ ਲੱਗੇ ਆਪ ਬੇਪਰ ਪ੍ਰਧਾਨ ਤੇ ਕਰੈ ਡੰਡੌਤ। ਪਹਿਲੇ ਜਿਹੜੇ ਪਾਸੇ ਕਰਦੇ ਸਨ, ਦੁਰਕਾਰਦੇ ਸਨ, ਆਖਣ ਲੱਗੇ ਵੀ ਹੁਣ ਮਾਲਕ ਦੀ ਮਿਹਰ ਹੋ ਗਈ ਹੈ, ਵੀ ਉਹ ਵੱਡੇ ਵੱਡੇ ਬੇਪਰ, ਉਹ ਵੱਡੇ ਵੱਡੇ ਪੰਡਿਤ ਆਦਿਕ ਜਿਹੜੇ ਨੇ, ਉਹ ਵੀ ਆਖਦੇ ਨੇ ਵੀ ਭਗਤ ਰਵਿਦਾਸ ਜੀ ਅੱਗੇ ਡੰਡੌਤ ਪਏ ਕਰਦੇ ਨੇ। ਇਹ ਉਹਨਾਂ ਦੀ ਗੱਲ ਚੱਲ ਰਹੀ ਹੈ, ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮਦਾ। ਤੇ ਉਹਦੇ ਵਿੱਚ ਇੱਕ ਹੋਰ ਉਹਨਾਂ ਨੇ ਜ਼ਿਕਰ ਕੀਤਾ ਵੀ ਸੈਣ ਨਾਈ ਬੁਤਕਾਰੀਆ ਉਹ ਘਰ ਘਰ ਘੁੰਮਿਆ। ਕਹਿਣ ਲੱਗੇ ਸੈਣ ਨਾਈ ਦੀ ਜੇਕਰ ਗੱਲ ਕਰ ਲਈ ਤੇ ਲੋਕਾਂ ਦੇ ਘਰਾਂ ਵਿੱਚ ਜਾ ਜਾ ਕੇ ਪੁੱਛ ਪੁੱਛ ਕੇ ਛੋਟੇ ਛੋਟੇ ਤੇ ਨਿੱਕੇ ਨਿੱਕੇ ਕੰਮ ਕਰਨ ਵਾਲਾ ਸੀ, ਪਰ ਉਹਦੇ ਉੱਤੇ ਮਾਲਕ ਦੀ ਮਿਹਰ ਹੋ ਗਈ। ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ, ਉਹਨੂੰ ਵੀ ਭਗਤਾਂ ਦੇ ਵਿੱਚ ਗਿਣਿਆ ਜਾਣ ਲੱਗ ਗਿਆ। ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤਾ ਗੁਸਾਈਆਂ ਧੰਨਾ ਵਡਭਾਗਾ। ਧੰਨਾ ਵੀ ਐਵੇਂ ਵਡਭਾਗਾ ਹੋਇਆ ਹੈ ਕਿ ਜਿਹਦੇ ਉੱਤੇ ਮਾਲਕ ਦੀ ਮਿਹਰ ਹੋ ਗਈ ਹੈ। ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਕੀਮਦਾ। ਜਿਨ੍ਹਾਂ ਦੀ ਇੰਨੀ ਵਡਿਆਈ ਹੋ ਗਈ, ਤੇ ਮੈਂ ਇੱਕ ਗੱਲ ਹੋਰ ਕਹਿ ਦਿਆਂ ਕਿ ਇੰਨੀ ਵੱਡੀ ਵਡਿਆਈ ਹੋਊਗੀ ਕਿ ਜਦੋਂ ਗੁਰੂ ਕਾ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਮੱਥਾ ਟੇਕਦਾ, ਨਤਮਸਤਕ ਹੁੰਦਾ ਹੈ, ਤੇ ਉਹਨਾਂ ਭਗਤਾਂ ਨੂੰ ਵੀ ਓਨੀ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਨਮਸਕਾਰ ਕਰਦਾ, ਓਨੀ ਭਾਵਨਾ ਦੇ ਨਾਲ ਡੰਡੌਤ ਕਰਦਾ ਹੈ। ਇੱਥੇ ਨਾਲ ਫਿਰ ਭਾਈ ਬਲਵੰਡ ਜੀ ਨੇ ਲਿਖਿਆ, ਦੇ ਗੁਣਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀਮਦੈ। ਕਹਿਣਗੇ ਜਿਨ੍ਹਾਂ ਦਾ ਨਾਮ ਮਾਲਕ ਨੇ ਉੱਚਾ ਕੀਤਾ, ਵਡਿਆਈ ਤੇ ਕੋਈ ਨਹੀਂ ਆਖੀ ਜਾ ਸਕਦੀ, ਕੋਈ ਤੋਲ ਨਹੀਂ ਤੋਲਿਆ ਜਾ ਸਕਦਾ। ਬਚਨ ਰੂਪ ਵਿੱਚ ਆਖਦੇ ਨੇ ਦੇ ਗੁਣਾ ਸਤ, ਸਤ ਦਾ ਗੁਣ ਦੇ ਕੇ, ਸੱਚ ਦਾ ਗੁਣ ਦੇ ਕਰਕੇ, ਦੈਵਿਕ ਗੁਣ ਦੇ ਕਰਕੇ, ਸਤ ਸੰਤੋਖ ਦਇਆ ਧੀਰਜ ਦੇ ਚੰਗੇ ਗੁਣ। ਕਹਿਣ ਲੱਗੇ ਹੁਣ ਭੈਣ ਭਰਾਵ ਹੈ, ਇਹ ਤੇ ਮਾਨੋ ਉਹਦੇ ਭੈਣ ਭਰਾਵ ਨੇ। ਆਖਣ ਤੋਂ ਭਾਵ ਸੁਭਾਵਕ ਉਸ ਨੂੰ ਮਿਲ ਗਏ ਨੇ, ਸੁਭਾਵਕ ਹੀ ਮਾਲਕ ਦੀ ਦਇਆ ਹੋ ਗਈ ਹੈ। ਤੇ ਇਹਦੇ ਸਦਕਾ ਪਾਰੰਗਤ ਦਾਨ ਪੜੀਮਦੈ। ਪਾਰੰਗਤ ਅਰਥ ਹੈ ਜੋ ਪਾਰ ਲੰਘਾਉਣ ਵਾਲਾ ਹੈ, ਉਹ ਅਵਸਥਾ ਪ੍ਰਾਪਤ ਹੋ ਗਈ ਹੈ ਜਿਹੜੀ ਉਸ ਨੂੰ ਸੰਸਾਰ ਸਾਗਰ ਤੋਂ ਪਾਰ ਕਰ ਸਕਦੀ ਹੈ। ਦਾਨ ਦਾ ਅਰਥ ਹੈ ਬਖਸ਼ਿਸ਼, ਇਹ ਮਾਲਕ ਦੀ ਬਖਸ਼ਿਸ਼ ਹੋ ਗਈ ਹੈ। ਪੜੀਮਦੈ ਦਾ ਅਰਥ ਹੈ ਪ੍ਰਾਪਤ ਕਰ ਲਈ ਹੈ। ਤੋ ਜਿਹਦਾ ਨਾਮਣਾ ਉੱਚਾ ਹੋ ਗਿਆ ਹੈ, ਉਹਨੂੰ ਮਾਲਕ ਨੇ ਸਤ ਗੁਣ ਦੇਵੀ ਗੁਣ ਦੇ ਦਿੱਤੇ ਨੇ, ਤੇ ਜਿਸ ਤੇ ਬਖਸ਼ਿਸ਼ ਦੇ ਸਦਕਾ, ਦਾਨ ਦੇ ਸਦਕਾ ਉਹ ਸੰਸਾਰ ਸਾਗਰ ਤੋਂ ਪਾਰ ਹੋ ਸਕਦਾ ਹੈ। ਤੀਜੀ ਪੰਕਤੀ ਹੈ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮਦੈ। ਆਖਣ ਲੱਗੇ ਇਸ ਤਰ੍ਹਾਂ, ਨਾਨਕ ਰਾਜ ਚਲਾਇਆ। ਬਾਣੀ ਪੜ੍ਹਨ ਵਾਲੇ ਬੈਠੇ ਹੋ, ਇੱਥੇ ਨਾਨਕ ਦੇ ਕੱਕੇ ਨੂੰ ਸਿਹਾਰੀ ਲੱਗੀ ਹੋਈ ਹੈ। ਤਿੰਨ ਰੂਪਾਂ ਵਿੱਚ ਨਾਨਕ ਅੱਖਰ ਬਾਣੀ ਵਿੱਚ ਆਉਂਦਾ ਹੈ। ਨਾਨਕ ਕੱਕਾ ਮੁਕਤਾ ਵੀ ਆਉਂਦਾ ਹੈ, ਨਾਨਕ ਕੱਕਾ ਔਂਕੜ ਵੀ ਆਉਂਦਾ ਹੈ, ਤੇ ਨਾਨਕ ਇੱਥੇ ਕੱਕਾ ਸਿਹਾਰੀ ਵੀ ਆਇਆ। ਜਿੱਥੇ ਹੁਣ ਅਸੀਂ ਨਾਨਕ ਕੱਕਾ ਸਿਹਾਰੀ ਪੜ੍ਹਨੇ ਆ, ਗੁਰਬਾਣੀ ਵਿਆਕਰਨ ਦਾ ਨੇਮ ਇਸ ਸਿਹਾਰੀ ਦੇ ਅਰਥ ਦਿੰਦਾ ਹੈ ਨੇ, ਨਾਨਕ ਨੇ। ਜ਼ਿਆਦਾਤਰ ਨਾਮ ਅੱਖਰ ਦੇ ਨਾਲ ਲੱਗੀ ਹੋਈ ਸਿਹਾਰੀ ਜਿਹੜੀ ਹੈ ਉਹ ਨੇ ਸੰਬੰਧ ਕੀ ਅਰਥ ਦਿੰਦੀ ਹੈ। ਜਦੋਂ ਅਸੀਂ ਰੋਜ਼ਾਨਾ ਪਵਿੱਤਰ ਬਾਣੀ ਆਨੰਦ ਸਾਹਿਬ ਵਿੱਚ ਪੜ੍ਹਦੇ ਹਾਂ, ਕਹਿ ਨਾਨਕ ਸੁਣੋ ਸੰਤੋ, ਕਹਿ ਨਾਨਕ ਦੇ ਜਿੰਨੇ ਉੱਥੇ ਬਾਣੀ ਦੇ ਸਰੂਪ ਹਨ, ਨਾਨਕ ਅੱਖਰ ਦੇ ਸਰੂਪ ਨੇ, ਉਹਨਾਂ ਸਾਰਿਆਂ ਦੇ ਨਾਲ ਇੱਕ ਵਚਨ ਹੋਣ ਕਰਕੇ ਔਂਕੜ ਲੱਗੀ ਹੋਈ ਹੈ। ਤੇ ਫਿਰ ਨਾਨਕ ਮੁਕਤਾ ਰੂਪ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ, ਨਾਲ ਉੱਥੇ ਨਾਨਕ ਕੱਕਾ ਮੁਕਤਾ ਹੈ, ਜਿਹਨੂੰ ਮੋਹਰ ਛਾਪ ਹੈ ਗੁਰੂ ਨਾਨਕ ਸਾਹਿਬ ਦੇ ਨਾਮ ਦੀ, ਤੇ ਜਿਹਨੂੰ ਜਿਹੜਾ ਹੈ ਸੰਬੋਧਨ ਰੂਪ ਵਿੱਚ ਅਲੱਗ ਕਰਕੇ ਪਾਠ ਕੀਤਾ ਜਾਂਦਾ ਹੈ। ਇੱਥੇ ਨਾਨਕ ਰਾਜ ਚਲਾਇਆ, ਨਾਨਕ ਨੇ ਅਜਿਹਾ ਹੀ ਰਾਜ ਚਲਾਇਆ ਹੈ ਜਿਹਦੇ ਵਿੱਚ ਸੱਚ ਕੋਟ ਸਤਾਣੀ ਨੀਮਦੈ। ਕੋਟ ਦਾ ਅਰਥ ਹੈ ਕਿਲਾ। ਅਜਿਹਾ ਪੱਕਾ ਕਿਲਾ ਸਾਜਿਆ ਸਿਵ ਸਲਾਹ ਦਾ, ਸੇਵਾ ਦਾ, ਸਿਮਰਨ ਦਾ, ਸੱਚ ਧਰਮ ਦੀ ਨੀਂਹ ਦਾ,
ਆਖਦੇ ਨੇ ਵੀ ਉਹ ਰਾਹ ਚਲਾਇਆ ਤੇ ਜਿਸ ਨੂੰ ਸੱਚ ਕੋਟ ਸਤਾਣੀ ਨੀਂਦ ਹੈ। ਸਤਾਣੀ ਦਾ ਅਰਥ ਹੈ ਤਾਣ ਵਾਲੀ, ਬਲ ਵਾਲੀ। ਇਹ ਪੱਕੀ ਨੀਂਹ ਜਿਹੜੀ ਹੈ ਉਹਨਾਂ ਨੇ ਆਪ ਇਹ ਧਰਮ ਦੀ ਰੱਖ ਦਿੱਤੀ ਹੈ। ਚੇਤਾ ਰੱਖਣਾ, ਸ਼ੁਰੂਆਤ ਆਰੰਭ ਜਿਹੜੀ ਹੈ ਉਹ ਸਿੱਖੀ ਦੀ, ਸਿੱਖ ਧਰਮ ਦੀ, ਸੱਚ ਦੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਰੰਭੀ ਹੈ। ਇਹ ਨੀਂਹ ਉਥੋਂ ਆਰੰਭ ਹੋਈ ਹੈ ਤੇ ਜਿਸ ਨੀਂਹ ਤੋਂ ਆਰੰਭ ਹੋ ਕਰਕੇ ਤੇ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤੱਕ ਜਾਂ ਅੱਜ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੱਕ ਇਹ ਉੱਚਾ ਸਿੱਖੀ ਦਾ ਮਹਿਲ ਖੜਾ ਹੋ ਗਿਆ, ਜਿਹਦੀ ਨੀਂਹ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਰੱਖੀ ਹੈ, ਜਿਹਦੀ ਗਵਾਹੀ ਭਾਈ ਬਲਵੰਡ ਜੀ ਦੇ ਰਹੇ ਨੇ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਦ ਹੈ। ਫਿਰ ਯਾਦ ਰੱਖਿਓ, ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਅੱਗੇ ਜਿਸ ਵੇਲੇ ਭਾਈ ਲਹਿਣਾ ਪ੍ਰਵਾਨ ਚੜ੍ਹਿਆ, ਇਹ ਅੱਜ ਇਹ ਪਹਿਲੀ ਪੌੜੀ ਦੇ ਅੰਦਰ ਵਡਿਆਈ ਜਿਹੜੀ ਹੈ ਉਹ ਗੁਰੂ ਨਾਨਕ ਸਾਹਿਬ ਦੀ, ਗੁਰੂ ਅੰਗਦ ਸਾਹਿਬ ਮਹਾਰਾਜ ਦੀ ਕੀਤੀ ਜਾ ਰਹੀ ਹੈ, ਜਿਹਦਾ ਆਰੰਭ ਕੀਤਾ ਸੀ ਵੀ ਕਰਤਾਰ ਜਿਸ ਦਾ ਨਾਮਣਾ ਵੱਡਾ ਕਰਦਾ ਉਹਦੇ ਬਰਾਬਰ ਦਾ ਕੋਈ ਬੋਲ ਨਹੀਂ ਬੋਲਿਆ ਜਾ ਸਕਦਾ। ਜਿਹਦੀ ਗੱਲ ਕਰਦਿਆਂ ਆਖਿਆ ਵੀ ਸੱਚ ਦੇ ਸदैव ਗੁਣ ਜਿਹੜੇ ਨੇ ਉਹ ਮਾਲਕ ਦੀ ਮਿਹਰ ਸਦਕਾ ਜਦੋਂ ਪ੍ਰਾਪਤ ਹੋਏ ਨੇ ਤੇ ਸੰਸਾਰ ਸਾਗਰ ਤੋਂ ਪਾਰ ਉਤਾਰਾ ਕਰਨ ਵਾਲੇ ਨੇ। ਤੇ ਨਾਲ ਹੁਣ ਆਖਿਆ ਵੀ ਉਸ ਨਾਨਕ ਨੇ ਜਿਹੜਾ ਇਹ ਸੱਚ ਦਾ ਮਹਿਲ ਉਸਾਰਿਆ, ਜਿਹਦੀ ਸੱਚ ਦੀ ਨੀਂਹ ਦਿੱਤੀ ਹੈ, ਉਹਦੇ ਵਿੱਚ ਚੇਤਾ ਰੱਖਿਓ ਫਿਰ ਅੱਗੇ ਵੀ ਉਹ ਮਿਹਰ ਵਰਤਾਈ ਹੈ। ਲਹਿਣੇ ਤਰੇ ਹੋਣ ਛੱਤ ਸਿਧ ਕਰ ਸਿਫਤੀ ਅੰਮ੍ਰਿਤ ਪੀਂਦਾ। ਉਸ ਨਾਨਕ ਨੇ ਜਿਹੜਾ ਰਾਜ ਚਲਾਇਆ, ਉਸ ਰਾਜ ਦੇ ਵਿੱਚ ਅੱਜ ਭਾਈ ਲਹਿਣਾ ਪ੍ਰਵਾਨ ਹੋਇਆ ਤੇ ਲਹਿਣੇ ਧਰੇ ਹੋਣ ਛੱਤ ਸਿਰ। ਛੱਤ ਦਾ ਅਰਥ ਹੈ ਛਤਰ, ਇਹ ਚੇਤਾ ਰੱਖ ਲੈਣਾ। ਛੱਤ ਦਾ ਅਰਥ ਕੋਠੇ ਆਦਿਕ ਦੀ, ਘਰ ਦੀ, ਮਕਾਨ ਦੀ ਛੱਤ ਨਹੀਂ, ਇਹਦਾ ਅਰਥ ਹੈ ਛਤਰ। ਲਹਿਣੇ ਧਰੇ ਹੋਣ ਛੱਤ ਸਿਰ, ਉਹਦੇ ਸਿਰ ਉੱਤੇ ਮਿਹਰ ਦਾ, ਕਿਰਪਾ ਦਾ, ਬਖਸ਼ਿਸ਼ ਦਾ ਛੱਤ ਭਾਵ ਛਤਰ ਝੁਲਾ ਦਿੱਤਾ ਹੈ, ਜਿਹੜਾ ਕਰ ਸਿਫਤੀ ਅੰਮ੍ਰਿਤ ਪੀਂਦਾ, ਜਿਹੜਾ ਸਿਫਤਾਂ ਕਰ ਕਰਕੇ ਨਾਮ ਅੰਮ੍ਰਿਤ ਪੀ ਸਕਦਾ ਹੈ। ਜਿਹੜਾ ਮਾਲਕ ਦੀ ਸਿਫਤ ਕਰਕੇ, ਗੁਰੂ ਦੀ ਉਸਤਤ ਕਰਕੇ ਨਾਮ ਅੰਮ੍ਰਿਤ ਆਦਿਕ ਪੀਂਦਾ ਹੈ, ਉਹ ਗੁਰਿਆਈ ਦਾ ਛਤਰ ਆਖ ਲਈਏ, ਉਹ ਮਿਹਰ ਬਖਸ਼ਿਸ਼ ਦਾ ਛਤਰ ਉਹ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣੇ ਉੱਤੇ ਧਰਿਆ ਤੇ ਆਖਦੇ ਹਨ ਮਤ ਗੁਰ ਆਤਮ ਦੇਵ ਦੀ ਖੜਕ ਜ਼ੋਰ ਪਰਾ ਕੋਏ ਜੀ ਦੈ। ਚੇਤਾ ਰੱਖਣਾ, ਜਿਵੇਂ ਕਿਸੇ ਜੰਗ ਦੇ ਮੈਦਾਨ ਆਦਿਕ ਦੇ ਅੰਦਰ ਇੱਕ ਸੂਰਮਾ ਦੂਜੇ ਸੂਰਮੇ ਦੇ ਨਾਲ ਲੜਦਾ, ਲੜਾਈ ਕਰਦਾ, ਯੁੱਧ ਕਰਦਾ ਤੇ ਜਦੋਂ ਉਹਦੇ ਹੱਥ ਵਿੱਚ ਤਲਵਾਰ ਹੁੰਦੀ ਹੈ ਤੇ ਉਹ ਕੋਸ਼ਿਸ਼ ਕਰਦਾ ਵੀ ਇਸ ਨੂੰ ਖਤਮ ਕਰ ਦਿੱਤਾ ਜਾਵੇ। ਉਸ ਕੋਸ਼ਿਸ਼ ਦੇ ਵਿੱਚ ਹੋ ਸਕਦਾ ਵੀ ਸਾਹਮਣੇ ਵਾਲੇ ਦੀਆਂ ਬਾਹਾਂ ਕੱਟੀਆਂ ਜਾਣ, ਹੋ ਸਕਦਾ ਸਾਹਮਣੇ ਵਾਲੇ ਦੇ ਹੱਥ ਕੱਟੇ ਜਾਣ, ਹੋ ਸਕਦਾ ਵੀ ਸਾਹਮਣੇ ਵਾਲੇ ਸੂਰਮੇ ਦੇ ਪੈਰ ਆਦਿ ਕੱਟੇ ਜਾਣ। ਇਸੇ ਢੰਗ ਦੇ ਨਾਲ ਯਾਦ ਰੱਖਣਾ, ਗੁਰੂ ਜਿਹੜਾ ਹੈ ਇਹ ਗਿਆਨ ਦੀ ਤਲਵਾਰ ਧਾਰਨ ਕਰਨ ਵਾਲਾ ਹੈ ਤੇ ਗਿਆਨ ਸੱਚਮੁੱਚ ਇਸ ਤਰ੍ਹਾਂ ਦੀ ਖੜਗ ਹੈ ਜਿਹਦੇ ਨਾਲ ਅਗਿਆਨਤਾ ਦੇ, ਵਹਿਮਾਂ ਦੇ, ਭਰਮਾਂ ਦੇ, ਪਖੰਡਾਂ ਦੇ ਜਿਹੜੇ ਅੰਗ ਸਰੀਰ ਨਾਲ ਜੁੜੇ ਹੋਏ ਨੇ ਉਹ ਕੱਟੇ ਜਾਂਦੇ ਨੇ। ਔਰ ਐਸਾ ਹੀ ਹੋਇਆ, ਮਤ ਗੁਰ ਆਤਮ ਦੇਵ ਦੀ, ਗੁਰੂ ਦੀ ਮਤ ਜਿਹੜੀ ਅੰਤਰ ਆਤਮੇ ਵਿੱਚ ਪ੍ਰਕਾਸ਼ ਕਰਨ ਵਾਲੀ ਸੀ, ਆਤਮਦੇਵ ਅਕਾਲ ਪੁਰਖ ਦਾ ਪ੍ਰਕਾਸ਼ ਕਰਨ ਵਾਲੀ ਸੀ। ਕਹਿਣ ਲੱਗੇ ਉਸ ਖੜਗ ਜ਼ੋਰ, ਉਸ ਖੜਗ ਦੇ ਸਦਕਾ, ਉਸ ਜ਼ੋਰ ਦੇ ਸਦਕਾ ਪ੍ਰਾਕੋਏ, ਪ੍ਰਾਕੋਏ ਦਾ ਅਰਥ ਹੈ ਪ੍ਰਾਕਰਮ ਬਲ ਦੇ ਨਾਲ ਜੀ ਦਾ ਸਦ ਜੀਵਨ, ਸੱਚਾ ਜੀਵਨ, ਆਤਮਿਕ ਜੀਵਨ ਉਸ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਲਹਿਣੇ ਨੂੰ ਦੇ ਦਿੱਤਾ ਹੈ। ਅਜਿਹਾ ਜੀਵਨ ਜੇ ਅਸੀਂ ਵੀ ਚਾਹੁੰਦੇ ਹਾਂ ਤੇ ਉਹਦੇ ਵਾਸਤੇ ਸਾਨੂੰ ਭਾਈ ਸੱਤਾ ਤੇ ਭਾਈ ਬਲਵੰਡ ਜੀ ਦੀ ਇਹ ਵਾਰ ਵਿੱਚੋਂ ਜਿਹੜੀ ਪਹਿਲੀ ਪੌੜੀ ਅਸੀਂ ਪੜ੍ਹਨੇ ਆ, ਉਹਦੇ ਵਿੱਚ ਭਾਈ ਬਲਵੰਡ ਜੀ ਆਖ ਰਹੇ ਨੇ ਵੀ ਜੇ ਤੁਸੀਂ ਵੀ ਇਹ ਮਿਹਰ, ਇਹ ਕਿਰਪਾ, ਜਿਹੜੀ ਕਿਰਪਾ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਤੇ ਕਰਕੇ ਆਪਣਾ ਹੀ ਅੰਗ ਬਣਾ ਲਿਆ, ਆਪਣੀ ਹੀ ਸ਼ਰਨ ਵਿੱਚ ਰੱਖ ਕਰਕੇ ਉਹਦੇ ਉੱਤੇ ਮਿਹਰ ਕਰ ਦਿੱਤੀ ਹੈ। ਕਹਿਣ ਲੱਗੇ ਜੇ ਤੁਸੀਂ ਵੀ ਐਸਾ ਚਾਹੁੰਦੇ ਹੋ ਤੇ ਫਿਰ ਇਹ ਗੱਲ ਧਿਆਨ ਦੇ ਕਰਕੇ ਸੁਣ ਤੇ ਸਮਝ ਲਵੋ ਵੀ ਇਹ ਹੋਇਆ ਇਵੇਂ ਹੈ। ਔਰ ਏਡੀ ਵੱਡੀ ਮਿਹਰ ਹੋਈ ਹੈ ਕਿ ਗੁਰ ਚੇਲੇ ਦਹਿਰਾਸ ਕੀ ਨਾਨਕ ਸਲਾਮਤ ਥੀਮਦਾ। ਕਹਿਣ ਲੱਗੇ ਅੱਜ ਤੱਕ ਤੇ ਅਜਿਹਾ ਹੁੰਦਾ ਆਇਆ ਵੀ ਚੇਲਾ ਜਿਹੜਾ ਉਹ ਗੁਰੂ ਦੇ ਅੱਗੇ ਨਤਮਸਤਕ ਹੁੰਦਾ ਰਿਹਾ, ਮੱਥਾ ਟੇਕਦਾ ਰਿਹਾ, ਪਰ ਅੱਜ
ਇੰਨਾ ਕੁ ਪ੍ਰਵਾਨ ਭਾਈ ਲਹਿਣਾ ਹੋ ਗਿਆ ਕਿ ਹੁਣ ਗੁਰ ਚੇਲੇ ਰਹਿਰਾਸ ਕੀ ਗੁਰ ਰਾਰਾ ਫਿਰ ਸਿਹਾਰੀ। ਗੁਰੂ ਨੇ ਚੇਲੇ ਦੇ ਅੱਗੇ ਰਹਿਰਾਸ ਕਰ ਦਿੱਤੀ ਹੈ। ਰਹਿਰਾਸ ਦਾ ਇੱਥੇ ਅਰਥ ਜਿਹੜਾ ਹੈ ਅਰਦਾਸ, ਬੇਨਤੀ ਜਾਂ ਨਮਸਕਾਰ ਕਰਨਾ, ਪ੍ਰਣਾਮ ਕਰਨਾ। ਆਖਦੇ ਨੇ ਵੀ ਗੁਰ ਚੇਲੇ ਰਹਿਰਾਸ ਕੀ। ਗੁਰੂ ਨੇ, ਗੁਰੂ ਨਾਨਕ ਸਾਹਿਬ ਨੇ ਆਪ ਆਪਣੇ ਚੇਲੇ ਭਾਈ ਲਹਿਣੇ ਦੇ ਅੱਗੇ ਨਤਮਸਤਕ ਹੋ ਗਏ ਨੇ, ਮੱਥਾ ਟੇਕ ਦਿੱਤਾ, ਗੁਰੂ ਥਾਪ ਦਿੱਤਾ ਹੈ। ਨਾਨਕ ਸਲਾਮਤ ਥੀਮਦਾ। ਪਰ ਆਖ ਲੱਗੇ ਨੇ ਵੀ ਬੜੀ ਵੱਡੀ ਦੂਰ ਅੰਦੇਸ਼ੀ ਦੇ ਨਾਲ ਲਿਆ ਗਿਆ ਇਹ ਫੈਸਲਾ ਕਿ ਸਲਾਮਤ ਥੀਂਦਾ ਅਰਥਾਂ ਦਾ ਆਪਣੇ ਜਿਉਂਦਿਆਂ ਜੀ ਐਸਾ ਕੀਤਾ ਹੈ। ਇਹਦੇ ਨਾਲ ਛੋਟੀ ਜੀ ਗੱਲ ਸਾਂਝੀ ਕਰਦੇ ਹਾਂ। ਆਮ ਤੌਰ ਤੇ ਕਈ ਥਾਵਾਂ ਦੇ ਉੱਤੇ ਜਿਹੜਾ ਹੈ ਕਈ ਪ੍ਰਕਾਰ ਦੀਆਂ ਗੱਦੀਆਂ ਆਦਿਕ ਤੁਰ ਪਈਆਂ ਨੇ, ਗੱਦੀ ਨਿਸ਼ੀਨ ਥਾਪੇ ਜਾਂਦੇ ਨੇ। ਚੇਤਾ ਰੱਖਣਾ, ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇੱਕੋ ਗੱਦੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਸੀ, ਗੁਰੂ ਨਾਨਕ ਦੀ ਜੋਤ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਖਸ਼ਿਸ਼ ਕੀਤੀ। ਇਸ ਤੋਂ ਬਾਅਦ ਅੱਗੇ ਦੇਹਧਾਰੀਆਂ ਦਾ ਨਾਮ ਨੇ ਖਤਮ ਕਰ ਦਿੱਤਾ ਹੈ। ਇੱਥੇ ਸ਼ਬਦ ਦੀ ਪ੍ਰਧਾਨਤਾ ਗੁਰੂ ਨਾਨਕ ਸਾਹਿਬ ਤੋਂ ਸੀ, ਇੱਥੇ ਆ ਕਰਕੇ ਸੰਪੂਰਨਤਾ ਕਰ ਦਿੱਤੀ। ਕਿਸੇ ਤਰ੍ਹਾਂ ਦੀਆਂ ਗੱਦੀਆਂ ਆਦਿਕ ਦੇ ਉੱਤੇ ਨਤਮਸਤਕ ਹੋਣ ਵਾਲਾ ਜਿਹੜਾ ਹੈ ਉਹ ਸਿੱਖ ਨਹੀਂ ਹੋ ਸਕਦਾ। ਮੈਂ ਬੇਨਤੀ ਇਹ ਤਾਂ ਹੁਣ ਇੱਥੇ ਸਾਂਝੀ ਕਰ ਰਿਹਾ ਹਾਂ ਕਿ ਉਹਨਾਂ ਗੱਦੀਆਂ ਦਾ ਕੀ ਹੋਇਆ ਵੀ ਜਦੋਂ ਇੱਕ ਗੱਦੀ ਨਿਸ਼ੀਨ ਮਰ ਗਿਆ, ਖਤਮ ਹੋ ਗਿਆ, ਉਹਨੇ ਜਿਉਂਦਿਆਂ ਜੀ ਐਸਾ ਫੈਸਲਾ ਨਹੀਂ ਲਿਆ ਵੀ ਆਪਣਾ ਗੱਦੀ ਨਿਸ਼ੀਨ ਥਾਪਿਆ ਹੋਵੇ। ਉਹ ਸਗੋਂ ਮਰਨ ਤੋਂ ਬਾਅਦ ਦੋ ਗੱਦੀ ਨਿਸ਼ੀਨ ਤੁਰ ਪੈਂਦੇ ਨੇ, ਦੋ ਡੇਰੇ ਬਣ ਜਾਂਦੇ ਨੇ, ਫਿਰ ਵੱਖੋ ਵੱਖਰੀਆਂ ਮਰਿਆਦਾਵਾਂ ਬਣ ਜਾਂਦੀਆਂ ਨੇ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੂਰ ਅੰਦੇਸ਼ੀ ਰੱਖਦਿਆਂ ਆਪਣੇ ਪੁੱਤਰਾਂ ਨੂੰ ਵੀ ਪਰਖਿਆ। ਇਹ ਗੱਲ ਅੱਗੇ ਵੀ ਸਾਂਝੀ ਕਰਾਂਗੇ ਅਸੀਂ। ਤੇ ਪਰਖਣ ਤੋਂ ਬਾਅਦ ਸ਼ਹਿ ਟਿੱਕਾ ਦੇ ਤੋਸ ਜੀਵਦਾ। ਉਸ ਸ਼ਹਿ ਨੇ ਗੁਰੂ ਨਾਨਕ ਸਾਹਿਬ ਨੇ ਜਿਉਂਦਿਆਂ ਜੀ ਗੁਰਿਆਈ ਦਾ ਟਿੱਕਾ ਆਪਣੇ ਚੇਲੇ ਨੂੰ ਆਪਣੇ ਨਾਲ ਲਗਾ ਕਰਕੇ, ਅੰਗਦ ਬਣਾ ਕਰਕੇ ਤੇ ਉਹ ਟਿੱਕਾ ਦੇ ਦਿੱਤਾ, ਜਿਉਂਦਿਆਂ ਜੀ ਥਾਪ ਦਿੱਤਾ, ਤਾਂ ਕਿ ਜੋਤੀ ਜੋਤ ਸਮਾਉਣ ਤੋਂ ਬਾਅਦ ਜਿਹੜਾ ਕਿਸੇ ਤਰ੍ਹਾਂ ਦਾ ਕੋਈ ਝਗੜਾ ਆਦਿਕ ਨਾ ਦੇਵੇ। ਤੇ ਸਾਰੇ ਸਿੱਖਾਂ ਨੂੰ ਜਿਹੜਾ ਹੈ ਉਸ ਵੇਲੇ ਇਹ ਗੁਰਿਆਈ ਦਾ ਜਿਹੜਾ ਤਿਲਕ ਉਹ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਦੇ ਕਰਕੇ, ਗੁਰਿਆਈ ਦੀ ਵਡਿਆਈ ਦੇ ਕਰਕੇ ਤੇ ਜਿਉਂਦਿਆਂ ਜੀ ਇਹ ਕਾਰਜ ਕੀਤਾ ਹੈ। ਇਸ ਪੌੜੀ ਦੀ ਪਹਿਲੀ ਪੰਕਤੀ ਵਿੱਚ ਜਿੰਨੀ ਵਿਚਾਰ ਅਸੀਂ ਅੱਜ ਸਾਂਝੀ ਕੀਤੀ ਹੈ, ਸਤਿਗੁਰੂ ਮਿਹਰ ਕਰੇ ਗੱਲ ਸਮਝ ਵਿੱਚ ਲੈ ਲਈਏ ਕਿ ਕਰਤਾਰ ਜਿਸ ਉੱਤੇ ਮਿਹਰ ਕਰਦਾ ਹੈ ਉਹਦੀ ਵਡਿਆਈ ਇੰਨੀ ਵੱਡੀ ਹੋ ਜਾਂਦੀ ਹੈ ਕਿ ਕੋਈ ਬੋਲਿਆ ਹੀ ਨਹੀਂ ਜਾ ਸਕਦਾ। ਤੇ ਉਸ ਵਿੱਚ ਉਦਾਹਰਨ ਦਿੱਤੀ ਹੈ ਵੀ ਇੰਨੀ ਵੱਡੀ ਵਡਿਆਈ ਹੋ ਗਈ ਕਿ ਇੱਕ ਚੇਲਾ ਆਪਣੇ ਗੁਰੂ ਦੇ ਇੰਨਾ ਪ੍ਰਵਾਨ ਹੋ ਗਿਆ ਕਿ ਗੁਰੂ ਨੇ ਚੇਲੇ ਨੂੰ ਨਮਸਕਾਰ ਕਰ ਦਿੱਤੀ ਹੈ। ਮਾਲਕ ਮਿਹਰ ਕਰੇ ਗੁਰੂ ਕਾ ਸ਼ਬਦ, ਗੁਰੂ ਕੇ ਸ਼ਬਦ ਦੀ ਵਡਿਆਈ ਅਸੀਂ ਆਪਣੇ ਜੀਵਨ ਦੇ ਵਿੱਚ ਕਮਾ ਲਈਏ। ਅੱਜ ਦੀ ਇਸ ਆਰੰਭ ਕੀਤੀ ਗਈ ਵਿਚਾਰ ਵਿੱਚ ਪਹਿਲੀ ਪੌੜੀ ਸਾਂਝੀ ਕੀਤੀ ਹੈ। ਦੂਜੀਆਂ ਪੌੜੀਆਂ ਦੀ ਵਿਚਾਰ ਅੱਗੇ ਆਉਣ ਵਾਲੇ ਦਿਨਾਂ ਵਿੱਚ ਸਾਂਝੀ ਕਰਾਂਗੇ। ਹੋ ਗਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਆਪ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣਯੋਗ ਹਨ। ਭੁੱਲਾਂ ਨਾ ਚਿਤਾਰਦੇ ਹੋਏ ਫਤਿਹ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।